ਉਦੋਂ ਜਾਵੇਦ ਪੋਲੈਂਡ ਸੀ ਅਤੇ ਉਸ ਨਾਲ ਉਸਦਾ ਕੋਈ ਰਾਬਤਾ ਨਹੀਂ ਸੀ ਹੋ ਰਿਹਾ। ਮਾਲਾ ਦਾ ਸਹੁਰਾ ਜੋ ਹਮੇਸ਼ਾ ਹੀ ਇਹ ਦੁਹਰਾਉਂਦਾ ਸੀ, ਹਰ ਇਨਸਾਨ ਨੂੰ 4 ਚੀਜ਼ਾਂ ਬਹੁਤ ਅਜ਼ੀਜ਼ ਹੁੰਦੀਆਂ ਨੇ: ਮਜ਼ਹਬ ਅਤੇ ਈਮਾਨ, ਇੱਜ਼ਤ ਔਰ ਸ਼ਾਨ, ਪੁਰਖਿਆਂ ਦੀ ਜਾਇਦਾਦ, ਆਜ਼ਾਦੀ ਆਪਣੀ ਅਤੇ ਲੋਕਾਂ ਦੀ ਜਾਨ। ਖਬਰੇ ਜਾਵੇਦ ਦੇ ਕਹਿਣ 'ਤੇ ਹੀ ਉਸਦਾ ਅੱਬਾ ਦਿੱਲੀ ਆਇਆ ਅਤੇ ਮਾਲਾ ਦੇ ਬੱਚਿਆਂ ਨੂੰ ਕਿਡਨੈਪ ਕਰਕੇ ਸ੍ਰੀਨਗਰ ਵਾਪਸ ਲੈ ਗਿਆ। ਮਾਲਾ ਹੈਰਾਨ ਪਰੇਸ਼ਾਨ ਸੌਂਦੇ ਜਾਗਦੇ ਉਸਨੂੰ ਹਰ ਪਾਸੇ ਅੱਗ ਹੀ ਅੱਗ ਬਲਦੇ ਮਕਾਨ 'ਤੇ ਟਹਿੰਦੀਆਂ ਕੰਧਾਂ ਨਜ਼ਰ ਆਉਂਦੀਆਂ। ਉਸਨੂੰ ਲੱਗਦਾ ਜਿਵੇਂ ਉਹ ਕੰਧਾਂ 'ਚ ਚਿਣੀ ਜਾ ਰਹੀ ਹੋਏ। ਡਿਪਰੈਸਡ ਹੋਈ ਮਾਲਾ ਨੇ ਜੋਤਸ਼ੀਆਂ, ਟੈਰਟ ਕਾਰਡ ਰੀਡਰਾਂ ਅਤੇ ਮਨੋਚਿਕਿਤਸਕਾਂ ਵੱਲ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ। ਸਾਈਕੋਲੋਜਿਸਟਾਂ ਨੇ ਉਸਦਾ ਸਾਰਾ ਕੇਸ ਜਾਂਚਣ ਤੋਂ ਬਾਅਦ ਉਸਨੂੰ ਇਹੀ ਮਸ਼ਵਰਾ ਦਿੱਤਾ ਕਿ ਜਾਂ ਤਾਂ ਉਹ ਆਪਣੇ ਆਪ ਨੂੰ ਮਜ਼ਬੂਤ ਬਣਾਏ ਅਤੇ ਆਪਣੀ ਜ਼ਿੰਦਗੀ ਜੀਏ, ਜਾਂ ਫਿਰ ਇਸ ਰਿਸ਼ਤੇ 'ਚੋਂ ਨਿਕਲ ਕੇ ਤਲਾਕ ਲੈ ਲਵੇ, ਜਾਂ ਪਰਿਸਥਿਤੀਆਂ ਨਾਲ ਸਮਝੌਤਾ ਕਰਕੇ ਸਸ਼ਕਤ ਹੋਣ ਤੱਕ ਕੋਈ ਵਿਚਲਾ ਰਸਤਾ ਢੂੰਢ ਲਵੇ। ਜੋਤਸ਼ੀਆਂ ਨੇ ਦੱਸਿਆ ਕਿ ਕਿਸੇ ਨੇ ਉਸ 'ਤੇ ਕਾਲਾ ਜਾਦੂ ਕੀਤਾ ਹੈ ਤਾਂ ਕਿ ਉਹ ਅਤੇ ਉਸਦਾ ਖਾਵੰਦ ਇਕੱਠੇ ਨਾ ਰਹਿ ਸਕਣ। ਜੋਤਸ਼ੀਆਂ ਦੇ ਕਹਿਣ 'ਤੇ ਉਸਨੇ ਸੋਮਵਾਰ ਅਤੇ ਪੂਰਨਮਾਸ਼ੀ ਦੇ ਵਰਤ ਰੱਖਣੇ ਸ਼ੁਰੂ ਕੀਤੇ। ਉਹ ਰੋਜ਼ ਸ਼ਿਵਲਿੰਗ ਨੂੰ ਪਾਣੀ ਚੜ੍ਹਾਉਂਦੀ। ਉਸ ਆਪਣੀਆਂ ਉਂਗਲਾਂ 'ਚ ਮੂੰਗੇ, ਮੋਤੀ, ਪੁਖਰਾਜ ਦੀਆਂ ਮੁੰਦਰੀਆਂ ਪਾ ਲਈਆਂ। ਇੱਕ ਪਾਸੇ ਵੇਲੇ ਕੁਵੇਲੇ ਮੰਦਰਾਂ ਦੀਆਂ ਘੰਟੀਆਂ ਖੜਕਾਉਂਦੀ, ਜ਼ੋਰ ਸ਼ੋਰ ਨਾਲ ਪੂਜਾ ਪਾਠ ਕਰਦੀ। ਦੂਜੇ ਪਾਸੇ ਡਰੀ ਡਰੀ ਸਹਿਮੀ ਗੁਆਚੀ ਗਾਂ ਦੀ ਤਰ੍ਹਾਂ ਤੁਰਦੀ ਫਿਰਦੀ, ਵੀਜ਼ੇ ਲਗਵਾਉਂਦੀ ਅਤੇ ਜਾਵੇਦ ਨੂੰ ਪੋਲੈਂਡ ਜਾ ਮਿਲਣ ਬਾਰੇ ਸੋਚਦੀ। ਉੱਧਰ ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਦਾ ਸ਼ਿਰਾਜ਼ਾ ਬਿਖਰਿਆ ਸੀ। ਪੋਲੈਂਡ ਦੀ ਰਾਜਸੀ ਸਥਿਤੀ 'ਚ ਉਤਾਰ ਚੜ੍ਹਾਅ, ਵਾਰਸਾ ਸੰਧੀ 'ਚ ਤਰੇੜਾਂ, ਵਿਆਪਕ ਠੰਡੀ ਜੰਗ ਅਤੇ ਇਸੇ ਠੰਡੀ ਜੰਗ ਦੇ ਸੇਕ ਦਾ ਮੁੱਖ ਨਿਸ਼ਾਨਾ ਪੋਲੈਂਡ, ਜਿੱਥੇ ਰਾਜਨੀਤਿਕ ਸਰਗਰਮੀਆਂ ਅਤੇ ਅੰਦਰੂਨੀ ਟੁੱਟ ਭੱਜ ਹੋ ਰਹੀ ਸੀ। ਜਾਵੇਦ ਨੂੰ ਵੀ ਹੋਰ ਲੋਕਾਂ ਦੀ ਤਰ੍ਹਾਂ ਇੰਪੋਰਟ ਐਕਸਪੋਰਟ ਦੇ ਵਪਾਰ 'ਚ ਖਾਸਾ ਨੁਕਸਾਨ ਹੋਇਆ। ਪੋਲੈਂਡ 'ਚ ਸਾਰਾ ਕਾਰ ਵਿਹਾਰ ਬੰਦ ਕਰਕੇ ਹੁਣ ਉਹ ਲਾਚਾਰ ਅਤੇ ਵਿਚਾਰ ਜਿਹਾ ਹੋ ਕੇ ਇੰਗਲੈਂਡ 'ਚ ਮਾਰਿਆ ਫਿਰਿਆ ਸੀ। ਮਾਲਾ ਦੇ ਦੁੱਖ ਦਾ ਕੋਈ ਜੋੜ ਤੋੜ ਨਾ ਹੁੰਦਾ ਵੇਖ ਮਾਲਾ ਦੇ ਭਰਾ ਗੋਲੂ ਨੇ ਮਾਲਾ ਨੂੰ ਅਮਰੀਕਾ ਆਉਣ ਲਈ ਸਪਾਂਸਰ ਕਰ ਦਿੱਤਾ। ਆਪਣਾ ਸਾਰਾ ਗਹਿਣਾ ਗੱਟਾ ਵੇਚ ਕੇ, ਮਾਸੀਆਂ ਮਾਮੀਆਂ ਤੋਂ ਪੈਸਾ ਉਧਾਰ ਚੁੱਕ ਕੇ, ਮਾਂ ਪਿਓ ਦਾ ਪ੍ਰੋਵੀਡੈਂਟ ਫੰਡ ਕਢਵਾ ਕੇ ਉਹ ਜਿਵੇਂ ਕਿਵੇਂ ਗਲੇ 'ਚ ਮੰਗਲ ਸੂਤਰ ਪਾਈ, ਮੱਥੇ 'ਤੇ ਬਿੰਦੀ ਲਾਈ, ਐਂਟਾਈ ਡਿਪਰੈਸ਼ਨ ਖਾਂਦੀ, ਸੌਂਦੀ ਜਾਗਦੀ ਅਮਰੀਕਾ ਪੁੱਜ ਗਈ। ਨਵੇਂ ਮੁਲਕ ਦੀਆਂ ਨਵੀਆਂ ਗੱਲਾਂ, ਨਵੇਂ ਮਾਪਦੰਡ, ਨਵੇਂ ਸਿਆਪੇ। ਭਰਾ ਭਰਜਾਈ ਨਾਲ ਕੁਝ ਦਿਨ ਕੈਲੀਫੋਰਨੀਆ 'ਚ ਚੰਗੇ ਕੱਟੇ। ਫਿਰ ਉਹੀ ਕਿ ਗੱਲ ਕੋਈ ਵੀ ਨਹੀਂ, ਪਰ ਅਣਜਾਣੇ 'ਚ ਅਣਕਹੀਆਂ ਛੋਟੀਆਂ ਗੱਲਾਂ ਸਾਰਿਆਂ ਨੂੰ ਦੁਖੀ ਕਰਨ ਲੱਗੀਆਂ। ਮਾਲਾ ਇਕੱਲਤਾ ਉਦਾਸੀ ਹੰਡਾਉਂਦੀ ਘਰੋਂ ਬਾਹਰ ਨਿਕਲੀ। ਘਰ ਦੇ ਨਾਲ ਹੀ ਸਬਵੇ ਸੈਂਡਵਿਚ ਫਾਸਟ ਫੂਡ ਚੇਨ 'ਚ ਉਸਨੂੰ ਮੈਨੇਜਰ ਦਾ ਕੰਮ ਮਿਲ ਗਿਆ। ਕੰਮ ਦੇ ਨਾਲ 3-4 ਗਮਗੁਸਾਰ ਦੋਸਤ ਵੀ ਮਿਲ ਗਏ। ਤਾਰਕ, ਹਮੀਦ, ਆਮਿਰ, ਨੀਨਾ ਅਤੇ ਮੰਜੂ, ਸਾਰੇ ਉਮਰ 'ਚ ਉਸ ਤੋਂ ਛੋਟੇ ਔਰ ਉਸ ਦੀ ਇੱਜ਼ਤ ਅਤੇ ਇਹਤਰਾਮ ਕਰਨ ਵਾਲੇ। ਦਿਨਾਂ 'ਚ ਹੀ ਉਹਨਾਂ ਨੇ ਉਸਨੂੰ ਟ੍ਰਿਕ ਆਫ ਟ੍ਰੇਡ ਸਿਖਾ ਦਿੱਤੇ। ਵੇਲੇ ਉਸਨੂੰ ਘਰੋਂ ਪਿਕਅਪ ਕਰ ਲੈਂਦੇ, ਡਰੋਪ ਕਰ ਦਿੰਦੇ। ਉਹ ਕੰਮ ਕਰਨ ਲੱਗੀ, ਪੈਸੇ ਕਮਾਉਣ ਲੱਗੀ ਤਾਂ ਡਿਪਰੈਸ਼ਨ 'ਚੋਂ ਬਾਹਰ ਵੀ ਆ ਗਈ। ਉਸਨੂੰ ਲੱਗਾ ਇਸ ਸਥਿਤੀ 'ਚ ਉਹ ਕੋਈ ਵੀ ਫੈਸਲਾਕੁੰਨ ਕਦਮ ਉਠਾ ਸਕਦੀ ਹੈ। ਭਰਾ ਭਰਜਾਈ ਨੂੰ ਅਲਵਿਦਾ ਆਖ ਆਪਣੇ ਕੁਲੀਗਸ ਨਾਲ ਬੈਵਰਲੀ ਹਿਲਸ ਮੂਵ ਕਰ ਗਈ। ਇਹਨਾਂ ਨੂੰ ਜਾਵੇਦ ਵੀ ਪੋਲੈਂਡ ਤੋਂ ਇੰਗਲੈਂਡ ਅਤੇ ਫਿਰ ਅਮਰੀਕਾ ਆ ਗਿਆ। ਹੁਣ ਜਾਵੇਦ ਨਿਊਯਾਰਕ 'ਚ ਸੀ ਅਤੇ ਮਾਲਾ ਕੈਲੀਫੋਰਨੀਆ 'ਚ। ਵਕਤ ਲੁੜਕਦਾ ਜਾ ਰਿਹਾ ਸੀ। ਹਫ਼ਤੇ, ਮਹੀਨੇ, ਵਰ੍ਹੇ ਫਿਸਲਦੇ ਜਾ ਰਹੇ ਸਨ। ਇਸ ਵਿਚਕਾਰ ਜਾਵੇਦ ਅਤੇ ਮਾਲਾ 2-4 ਵਾਰੀ ਨਿਊਯਾਰਕ 'ਚ ਮਿਲੇ, ਪਰ ਹਰ ਵਾਰੀ ਉਖੜੇ ਨਾਰਾਜ਼ ਜੇ। ਨਿੱਕੀ ਗੱਲ 'ਤੇ ਦੋਹਾਂ ਵਿਚਕਾਰ ਜੰਮ ਕੇ ਲੜਾਈ ਹੁੰਦੀ। ਜਾਵੇਦ ਨੂੰ ਗੁੱਸਾ ਕਿ ਜਦੋਂ ਹਾਲਾਤ ਠੀਕ ਨਹੀਂ ਸਨ ਤਾਂ ਉਹ ਉਸ ਘਰ ਕਿਉਂ ਛੱਡਿਆ, ਔਰ ਫਿਰ ਉਹ ਵੀ ਉਸਦੇ ਪੁੱਛੇ ਬਿਨਾਂ। ਮਾਲਾ ਨੂੰ ਗੁੱਸਾ ਕਿ ਜਦ ਹਾਲਾਤ ਠੀਕ ਨਹੀਂ ਸਨ ਤਾਂ ਜਾਵੇਦ ਨੇ ਉਸਦੀ ਅਤੇ ਬੱਚਿਆਂ ਦੀ ਸਾਰ ਕਿਉਂ ਨਾ ਲਈ ਅਤੇ ਕਿਉਂ ਪੋਲੈਂਡ ਜਾ ਕੇ ਬੈਠ ਗਿਆ। ਇੱਕ ਦੂਜੇ 'ਤੇ ਭੜਕਦੇ, ਤੌਂਸ ਜਮਾਉਂਦੇ, ਤਾਨੇ ਮਿਹਣੇ ਮਾਰਦੇ, ਉਹ ਇੱਕ ਦੂਜੇ 'ਤੇ ਤਲਕ ਅਤੇ ਚੁੱਭ ਵਾਰ ਕਰਦੇ। ਕਈ ਵਾਰੀ ਮਾਲਾ ਨੇ ਜਾਵੇਦ ਦੀ ਸੋਚ ਨਾਲ ਆਪਣੇ ਆਪ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਜਾਵੇਦ 'ਚ ਉਸਨੂੰ ਪਹਿਲਾਂ ਵਰਗਾ ਪਤੀ ਕਿਤੇ ਨਜ਼ਰ ਨਾ ਆਇਆ। ਔਰ ਜਾਵੇਦ ਨੂੰ ਲੱਗਦਾ ਉਹ ਬਿਨਾਂ ਵਜ੍ਹਾ ਕੰਧਾਂ ਨਾਲ ਜ਼ੋਰ ਦੀ ਸਿਰ ਪਟਕਦੀ, ਪਲੇਟਾਂ ਚੂੜੀਆਂ ਤੋੜਦੀ, ਸੁਬਕਦੀ ਰੋਂਦੀ, ਲਹੂ ਲੁਹਾਨ ਹੁੰਦੀ, ਨਾਟਕ ਕਰਦੀ ਹੈ। ਇੱਕ ਵੇਲਾ ਆਇਆ ਜਦ ਦੋਹਾਂ ਵਿਚਕਾਰ ਸਮਝਾਉਣ ਬੁਝਾਉਣ ਦੀ ਗੁੰਜਾਇਸ਼ ਖਤਮ ਹੋ ਗਈ। ਦੋਵੇਂ ਆਪਣੀ
ਸੋਚ ਤੇ ਅੜੇ ਅਲੱਗ ਹੋ ਗਏ। ਮਾਲਾ ਮੁੜ ਕੈਲੀਫੋਰਨੀਆ ਪਰਤ ਗਈ ਤੇ ਆਪਣੇ ਨਵੇਂ ਬਣੇ ਦੋਸਤ ਆਮਿਰ ਨਾਲ ਰਹਿਣ ਲੱਗ ਪਈ। ਜਾਵੇਦ ਮਾਲਾ ਤੋਂ 10 ਵਰ੍ਹੇ ਵੱਡਾ ਸੀ ਤੇ ਆਮਿਰ ਮਾਲਾ ਨਾਲੋਂ 10 ਵਰ੍ਹੇ ਛੋਟਾ। ਆਮਿਰ ਦੇ ਪੱਟਾਂ 'ਤੇ ਸਲਮਾ ਦਾ ਨਾਂ ਗੁੱਦਿਆ ਹੋਇਆ ਸੀ ਤੇ ਨਿਕਾਹ ਉਸ ਈਰਾਨ 'ਚ ਸਈਮਾ ਨਾਲ ਕਰਵਾਇਆ ਸੀ। ਖੁਮਿਆਨੀ ਦੇ ਦੌਰ ਵੇਲੇ ਉਹ ਆਪਣੀ ਤਲਾਕਸ਼ੁਦਾ ਮਾਂ ਨਾਲ ਅਮਰੀਕਾ ਆ ਗਿਆ ਸੀ। ਮਾਂ ਨੇ ਅਮਰੀਕਾ ਆ ਕੇ ਇੱਕ ਰਈਸਜ਼ਾਦੇ ਯਹੂਦੀ ਨੂੰ ਫੜ ਲਿਆ ਤਦੇ ਆਮਿਰ ਡਰੱਗਸ 'ਚ ਪੈ ਗਿਆ। ਮਾਲਾ ਤੇ ਆਮਿਰ ਦੋਵੇਂ ਸਬਵੇ ਸੈਂਡਵਿਚ ਕੰਮ ਕਰਦੇ ਕਰਦੇ ਤੇਰਾ ਵੀ ਕੋਈ ਨਹੀਂ ਮੇਰਾ ਵੀ ਕੋਈ ਨਹੀਂ ਸੋਚ ਕੇ ਇੱਕ ਦੂਜੇ 'ਚੋਂ ਆਪਣੀ ਛਾਂ ਪਾਲਣ ਲੱਗੇ। ਆਪਣਾ ਆਪਣਾ ਸੇਖ ਹੰਡਾਉਂਦੇ, ਆਪਣਾ ਆਪਣਾ ਦਰਦ ਬਿਆਨਦੇ, ਦੋਹਾਂ ਦੇ ਚਿਹਰੇ ਅਕਸਰ ਧੁੰਦਲਮਈ ਹੋ ਜਾਂਦੇ। ਆਮਿਰ ਬੇਤਕੱਲਫ, ਪੁਰਖਲੂਸ, ਖੁਸ਼ ਜ਼ੁਬਾਨ, ਕੁੱਲ ਮਿਲਾ ਕੇ ਇੱਕ ਜ਼ਿੰਦਾ ਦਿਲ ਮਰਦ ਸੀ। ਮਾਲਾ ਨੇ ਸਮਝ ਲਿਆ ਕਿ ਮਰਦ ਤੇ ਔਰਤ ਦੇ ਰਿਸ਼ਤੇ 'ਚ ਔਰਤ ਕੁਝ ਦੇ ਕੇ ਪਾਉਂਦੀ ਹੈ ਤੇ ਮਰਦ ਕੁਝ ਪਾ ਕੇ ਦਿੰਦਾ ਹੈ। ਮਾਲਾ ਨੇ ਤਰਕ ਤੇ ਪਿਆਰ ਨਾਲ ਡਰੱਗਸ 'ਚੋਂ ਕੱਢ ਕੇ ਆਮਿਰ ਨੂੰ ਮਾਂ ਤੇ ਮਹਿਬੂਬਾ ਦਾ ਪਿਆਰ ਦਿੱਤਾ ਤੇ ਆਮਿਰ ਉਸ ਨੂੰ ਇਵਜ਼ 'ਚ ਛੋਟੇ ਛੋਟੇ ਤੋਹਫੇ ਦਿੰਦਾ। ਕਦੇ ਉਸ ਨੂੰ ਗੱਡੀ ਲੈ ਦਿੱਤੀ, ਕਦੇ ਪੋਲੀਟੀਕਲ ਅਸਾਈਲਮ ਲਈ ਉਸ ਦਾ ਕੇਸ ਫਾਈਲ ਕਰ ਦਿੱਤਾ, ਕਦੇ ਇੰਸ਼ੋਰੈਂਸ ਕੰਪਨੀ 'ਚ ਉਸ ਦੀ ਨੌਕਰੀ ਲਗਵਾ ਦਿੱਤੀ। ਲਵਾਰਸੀ ਦੇ ਦਿਨਾਂ 'ਚ ਉਸ ਮਾਲਾ ਦਾ ਸਾਥ ਹੀ ਨਹੀਂ ਦਿੱਤਾ ਬਲਕਿ ਜਾਵੇਦ ਨੂੰ ਭੁਲਾਉਣ 'ਚ ਉਸ ਦੀ ਖਾਸੀ ਮਦਦ ਵੀ ਕੀਤੀ। ਆਮਿਰ ਉਸ ਨੂੰ ਸਮਝਾਉਂਦਾ, ਵਰਜਿਤ ਪਿਆਰ ਹੀ ਅਸਲ 'ਚ ਪਿਆਰ ਹੈ। ਜਿਸ ਪਿਆਰ 'ਚ ਵਰਜਣਾ ਨਹੀਂ ਉਹ ਵੇਸ਼ਵਾਵਿਰਤੀ ਹੈ, ਭਾਵੇਂ ਉਹ ਸਮਾਜ ਦੁਆਰਾ ਸਵੀਕ੍ਰਿਤ ਹੀ ਕਿਉਂ ਨਾ ਹੋਵੇ। ਉਧਰ ਜਦ ਜਾਵੇਦ ਦੇ ਨਿਊਯਾਰਕ 'ਚ ਆਰਥਿਕ ਤੌਰ 'ਤੇ ਪੈਰ ਜੰਮਣੇ ਸ਼ੁਰੂ ਹੋਏ ਤਾਂ ਉਸ ਆਪਣੇ ਬੱਚੇ ਸ਼੍ਰੀਨਗਰ ਤੋਂ ਆਪਣੇ ਕੋਲ ਬੁਲਾ ਲਏ। ਮਾਲਾ ਜਾਣਦੀ ਸੀ ਕਿ ਜਾਵੇਦ ਭਾਵੇਂ ਜਮਾਂਦਰੂ ਆਲਸੀ ਤੇ ਲਾਪਰਵਾਹ ਸੀ ਪਰ ਆਪਣੇ ਬੱਚਿਆਂ ਲਈ ਕਿਸੇ ਵੇਲੇ ਵੀ ਜਾਨ ਕੁਰਬਾਨ ਕਰਨ ਲਈ ਤਿਆਰ ਹੋ ਸਕਦਾ ਸੀ। ਮਾਲਾ ਨੂੰ ਉਸ ਦੇ ਖਲੂਸ ਤੇ ਸੱਚਾਈ ਤੇ ਕਦੇ ਸ਼ੱਕ ਨਹੀਂ ਸੀ ਹੋਇਆ। ਬਸ ਉਸ ਦੇ ਆਪਣੇ ਅੰਦਰ ਹੀ ਕੁਝ ਮਰ ਗਿਆ ਸੀ। ਉਹ ਆਪਣੇ ਆਪ ਨੂੰ ਗੁਨਾਹਗਾਰ ਸਮਝਦੀ। ਹਾਲਾਤ ਉਸ ਦੇ ਵੱਸ 'ਚ ਨਹੀਂ ਸਨ ਰਹੇ। ਜ਼ਿੰਦਗੀ ਉਸ ਵਾਸਤੇ ਇਤਨੀ ਜਟਿਲ ਹੋ ਗਈ ਸੀ ਕਿ ਪਤੀ ਦੀ ਹਸਤੀ 'ਚੋਂ ਹੌਲੇ ਹੌਲੇ ਮਨਫੀ ਹੁੰਦੀ ਉਹ ਉੱਕਾ ਹੀ ਪਰਾਂ ਦੀ ਪਰਾਂ ਹੋ ਗਈ। ਬੱਚਿਆਂ ਦਾ ਖਿਆਲ ਆਉਂਦਿਆਂ ਹੀ ਉਸ ਦਾ ਦਿਲ ਕੰਬ ਉੱਠਦਾ ਤੇ ਖੋ ਪੈਂਦੀ। ਜਾਵੇਦ ਜਾਣਦਾ ਸੀ ਕਿਸੇ ਹੋਰ ਲਈ ਉਹ ਵਾਪਸ ਆਵੇ ਜਾਂ ਨਾ ਪਰ ਆਪਣੇ ਬੱਚਿਆਂ ਲਈ ਉਹ ਜ਼ਰੂਰ ਵਾਪਸ ਪਰਤੇਗੀ। ਮਾਲਾ ਇੱਕ ਅੱਧ ਵਾਰੀ ਬੱਚਿਆਂ ਨੂੰ ਮਿਲਣ ਨਿਊਯਾਰਕ ਆਈ ਤੇ ਫਿਰ ਆਮਿਰ ਦੇ ਤਰਲੇ ਕਰਕੇ ਉਸਨੇ ਆਮਿਰ ਨੂੰ ਕੈਲੀਫੋਰਨੀਆ ਤੋਂ ਨਿਊਯਾਰਕ ਸ਼ਿਫਟ ਹੋਣ ਲਈ ਮਨਾ ਲਿਆ। ਨਿਊਯਾਰਕ 'ਚ ਆ ਕੇ ਉਸ ਨਵੇਂ ਸਿਰੇ ਤੋਂ ਆਸਟੋਰੀਆ 'ਚ ਬੇਸਮੈਂਟ ਕਿਰਾਏ 'ਤੇ ਲਈ ਤੇ ਬੱਚਿਆਂ ਨੂੰ ਮਿਲਣ ਗਿਲਣ ਲੱਗ ਪਈ। ਆਮਿਰ ਦਾ ਵੀ ਬੱਚਿਆਂ ਨਾਲ ਪਿਆਰ ਪੈ ਗਿਆ। ਬੱਚੇ ਬਿਨਾਂ ਕੁਝ ਜਾਣੇ ਅੰਦਰੋਂ ਅੰਦਰੀ ਵੱਡੇ ਤੇ ਸਿਆਣੇ ਹੋ ਗਏ ਸਨ। ਉਹ ਚਾਹੁੰਦੇ ਤੇ ਸਨ ਕਿ ਉਹਨਾਂ ਦੇ ਮਾਪੇ ਇਕੱਠੇ ਰਹਿਣ ਪਰ ਜਦ ਵੇਖਿਆ ਕਿ ਮਾਂ ਆਮਿਰ ਨਾਲ ਖੁਸ਼ ਹੈ ਤੇ ਪਿਓ ਦੀ ਨਜ਼ਦੀਕੀ ਉਸ ਦੀ ਆਪਣੀ ਸੈਕਟਰੀ ਸੁਸ਼ੋਭਨਾ ਨਾਲ ਵੱਧ ਗਈ ਹੈ ਤਾਂ ਉਹ ਚੁੱਪ ਹੋ ਗਏ। ਜਾਵੇਦ ਮਾਲਾ ਨੇ ਵੀ ਇੱਕ ਦੂਜੇ ਕੋਲੋਂ ਸਫਾਈ ਨਾ ਮੰਗੀ। ਦੋਹਾਂ ਦੀ ਜ਼ਿੰਦਗੀ ਆਪਣੀ ਆਪਣੀ ਜਗ੍ਹਾ ਆਪਣੀ ਤੋਰੇ ਤੁਰਨ ਲੱਗ ਪਈ। ਇੱਕ ਦਿਨ ਅਚਾਨਕ ਆਮਿਰ ਦੀ ਮਾਂ ਦੀ ਕੈਲੀਫੋਰਨੀਆ ਤੋਂ ਕਾਲ ਆਈ ਕਿ ਉਸ ਨੂੰ ਬ੍ਰੈਸਟ ਕੈਂਸਰ ਹੋ ਗਿਆ ਹੈ ਤੇ ਉਸ ਦੀ ਕੀਮੋਥੈਰੇਪੀ ਰੇਡੀਏਸ਼ਨ ਸ਼ੁਰੂ ਹੋਣ ਵਾਲੀ ਹੈ। ਇਸ ਦੇ ਨਾਲ ਉਸ ਇਹ ਵੀ ਦੱਸਿਆ ਕਿ ਆਮਿਰ ਦੀ ਵਹੁਟੀ ਸਈਮਾ ਜਿਸ ਨੂੰ ਉਹ ਈਰਾਨ ਛੱਡ ਕੇ ਆਇਆ ਸੀ ਕੈਲੀਫੋਰਨੀਆ ਆਣ ਪਹੁੰਚੀ ਹੈ। ਮਾਲਾ ਨੇ ਆਪ ਦੇਖਿਆ ਨਾ ਤਾਬ ਆਮਿਰ ਦਾ ਪੈਕਅਪ ਕਰਵਾਇਆ ਤੇ ਅਨਮਨੇ ਮਨ ਨਾਲ ਉਸ ਨੂੰ ਕੈਲੀਫੋਰਨੀਆ ਰੁਖਸਤ ਕੀਤਾ। ਨੇਕੀ ਕਾਤੇ ਖੂਜਪਾ ਮੁਤਾਬਕ ਆਪਣੇ ਤਮਾਮ ਜ਼ਖਮਾਂ ਨਾਲ ਆਪਣੀ ਖਾਮੋਸ਼ੀ 'ਚ ਅੱਗੇ ਨਾਲੋਂ ਕਿਤੇ ਜ਼ਿਆਦਾ ਜ਼ਿੰਦਾ ਉਹ ਮੁੜ ਸੁੜ ਤੋਂ ਇਕੱਲੀਕਾਰੀ ਹੋ ਗਈ। ਉਹ ਸੋਚਦੀ ਅੱਜ ਤੱਕ ਨਾ ਕੋਈ ਕਿਸੇ ਦੇ ਆਉਣ ਨੂੰ ਰੋਕ ਸਕਿਆ ਏ ਤੇ ਨਾ ਕਿਸੇ ਦੇ ਜਾਣ ਨੂੰ ਥੰਮ ਸਕਿਆ ਏ। ਹਾਲਾਤ ਚੰਗਿਆਂ ਚੰਗਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੰਦੇ ਨੇ। ਭਾਵੇਂ ਉਸ ਦਾ ਜਿਸਮ ਬੁੱਝੇ ਹੋਏ ਦੀਵਿਆਂ ਦਾ ਘਰ ਸੀ ਤੇ ਇੱਕ ਨਹੀਂ ਜ਼ਿੰਦਗੀ ਦੇ ਦੋ ਦੋ ਚੈਪਟਰ ਖਤਮ ਹੋ ਗਏ ਸਨ ਪਰ ਉਹ ਸ਼ੁਕਰਗੁਜ਼ਾਰ ਸੀ ਜਾਵੇਦ ਤੇ ਆਮਿਰ ਦੀ ਜਿਨ੍ਹਾਂ ਉਸ ਨਾਲ ਵਾਬਸਤਗੀ ਤੇ ਹਮ ਬਿਸਤਰੀ ਵੇਲੇ ਉਸ ਅੰਦਰ ਦੀਵੇ ਜਗਾਏ ਤੇ ਉਸ ਨੂੰ ਰੌਸ਼ਨ ਜ਼ਿੰਦਗੀ ਦਿੱਤੀ। ਉਸ ਦੇ ਮਨ ਦੇ ਮਜ਼ਹਬ ਦੀ ਸ਼ਾਨ ਨੂੰ ਬੁਲੰਦ ਕੀਤਾ। ਉਧਰ ਸ਼ੈਫੀ ਤੇ ਸ਼ੀਨਾ ਦੋਵੇਂ ਬੱਚੇ ਜਵਾਨ ਹੋ ਰਹੇ ਸਨ। ਵੀਕਡੇਜ਼ ਤੇ ਉਹ ਪਿਓ ਨਾਲ ਰਹਿੰਦੇ। ਉੱਥੋਂ ਹੀ ਸਕੂਲ ਜਾਂਦੇ ਤੇ ਵੀਕਐਂਡ ਤੇ ਮਾਂ ਵੱਲ ਆ ਜਾਂਦੇ। ਸ਼ੀਨਾ ਹਾਈ ਸਕੂਲ ਸੀ ਤੇ ਸ਼ੈਫੀ ਕਾਲਜ 'ਚ ਪੜ੍ਹਦਿਆਂ ਨਾਲ ਨਾਲ ਪਾਰਟ ਟਾਈਮ ਕੰਮ ਕਰ ਰਿਹਾ ਸੀ। ਇੰਟਰਨੈਟ ਤੇ ਉਸ ਦੀ ਮੰਨਤ ਨਾਲ ਦੋਸਤੀ ਹੋਈ। ਦੋਸਤੀ ਪਿਆਰ 'ਚ ਬਦਲ ਗਈ ਤੇ ਫਿਰ ਦੋਵਾਂ ਨੇ ਵਿਆਹ ਕਰਨ ਦੀ ਠਾਣੀ। ਮੰਨਤ ਦੇ ਮਾਪਿਆਂ ਨੇ 2-4 ਵਾਰੀ ਨਾਂਹ ਨੁੱਕਰ ਕੀਤੀ। ਅਖੀਰ ਬੱਚੀ ਦੀ ਜ਼ਿੱਦ ਅੱਗੇ ਘੁੱਟਨੇ ਟੇਕ ਦਿੱਤੇ।
ਤੇ ਅੱਜ ਮਾਲਾ, ਜਾਵੇਦ, ਸ਼ੈਫੀ, ਸ਼ੀਨਾ ਨਿਊਯਾਰਕ ਤੋਂ ਲਾਸ ਏਂਜਲਸ ਮੰਨਤ ਨੂੰ ਵਿਆਹੁਣ ਆਏ ਸਨ। ਸ਼ੈਫੀ ਤੇ ਮੰਨਤ ਦਾ ਅਨੰਤ ਕਾਰਜ ਨਿਰਵਿਘਨ ਸਰਵ ਸੰਪੰਨ ਹੋ ਗਿਆ ਸੀ। ਪੂਰੇ ਪਰਿਵਾਰ ਨਾਲ ਫਿਲਮੀ ਕਹਾਣੀ ਜਿਹਾ ਕੁਝ ਵਾਪਰ ਗਿਆ ਸੀ। ਗੱਲਾਂ ਪਰਤ ਦਰ ਪਰਤ ਖੁੱਲ੍ਹਦੀਆਂ ਜਾ ਰਹੀਆਂ ਸਨ। ਇਸ ਦੌਰਾਨ ਮਾਲਾ ਜਾਵੇਦ ਵਿਚਕਾਰ ਹੈਲੋ ਹੈਲੋ ਹਾਂ ਹੂੰ ਤੋਂ ਜ਼ਿਆਦਾ ਕੋਈ ਗੱਲ ਨਹੀਂ ਸੀ ਹੋਈ। ਜਾਵੇਦ ਦੀ ਘੱਟ ਬੋਲਣ ਦੀ ਆਦਤ, ਠਹਿਰ ਕੇ ਗੱਲ ਕਰਦਿਆਂ ਨੂੰ ਹੂੰ ਕਰਨਾ ਕਮਾਲ ਸੀ। ਉਸ ਦੀ ਇੱਕ ਹੂੰ ਦੇ 1000 ਮਤਲਬ ਹੋਇਆ ਕਰਦੇ ਸਨ। ਮਾਲਣ ਨੇ ਜਦ ਜਾਵੇਦ ਵੱਲ ਗੌਰ ਨਾਲ ਤੱਕਿਆ ਤਾਂ ਉਹ ਉਸ ਨੂੰ ਬਰਫ਼ ਬਣ ਗਏ ਦਰਿਆ ਦੀ ਤਰ੍ਹਾਂ ਲੱਗਾ। ਵਿਆਹ ਦੀਆਂ ਰਸਮਾਂ ਤੇ ਕੁੜਮਾਚਾਰੀ ਤੋਂ ਨਿਵਰਤ ਹੋ ਕੇ ਜਦੋਂ ਮੰਨਤ ਦੀ ਡੋਲੀ ਲੈ ਕੇ ਲਾਸ ਏਂਜਲਸ ਦੇ ਏਅਰਪੋਰਟ 'ਤੇ ਪਹੁੰਚੇ, ਮੰਨਤ ਰੋ ਰਹੀ ਸੀ ਤੇ ਸ਼ੀਨਾ ਉਸ ਦੇ ਹੰਝੂ ਪੂੰਝਦੀ ਡੁਸਕ ਰਹੀ ਸੀ। ਮਾਲਾ ਇੱਕ ਪਾਸੇ ਖਾਮੋਸ਼ੀ 'ਚ ਖੜੀ ਸੋਚ ਰਹੀ ਸੀ ਕਿ ਜ਼ਿੰਦਗੀ 'ਚ ਖਤਮ ਕੁਝ ਵੀ ਨਹੀਂ ਹੁੰਦਾ। ਮਨ ਅੰਦਰ ਪਰਛਾਵਿਆਂ ਉੱਲੇ ਬੜਾ ਕੁਝ ਲੁਕਿਆ ਰਹਿੰਦਾ ਹੈ। ਵਰ੍ਹਿਆਂ ਬਾਅਦ ਵੀ ਟੁੱਟ ਚੁੱਕੇ ਰਿਸ਼ਤੇ ਕੋਲ ਖੜੇ ਮੁਸਕਰਾਉਂਦੇ ਗਿਲੇ ਸ਼ਿਕਵੇ ਕਰਦੇ ਰਹਿੰਦੇ ਨੇ। ਲਾਸ ਏਂਜਲਸ ਤੋਂ ਨਿਊਯਾਰਕ ਆਉਂਦਿਆਂ ਪਲੇਨ 'ਚ ਸ਼ੈਫੀ ਤੇ ਮੰਨਤ ਇੱਕ ਦੂਜੇ ਨਾਲ ਰੁੱਝੇ ਰਹੇ। ਸ਼ੀਨਾ ਫੇਸਬੁੱਕ 'ਤੇ, ਜਾਵੇਦ ਇੰਟਰਨੈਟ 'ਤੇ ਅਤੇ ਮਾਲਾ ਆਪਣੇ ਨਾਲ ਲਿਆਂਦੀ ਪੁਰਾਣੀ ਐਲਬਮ 'ਚ ਲੱਗੀਆਂ ਆਪਣੀਆਂ ਤੇ ਪਰਿਵਾਰ ਦੀਆਂ ਪੁਰਾਣੀਆਂ ਤਸਵੀਰਾਂ ਤੱਕਦਿਆਂ ਕਈ ਵਰ੍ਹੇ ਪਿੱਛੇ ਚਲੀ ਗਈ। ਯਾਦਾਂ ਦੇ ਝਰੋਖੇ 'ਚੋਂ ਕਦੇ ਉਸ ਨੂੰ ਆਪਣਾ ਸ਼ਹਿਰ, ਸ਼ਹਿਰ ਦਾ ਉਹ ਮੁਹੱਲਾ, ਮੁਹੱਲੇ 'ਚ ਆਪਣਾ ਘਰ ਤੇ ਉਸ ਦੀਆਂ ਬਾਰੀਆਂ ਉਸ ਵੱਲ ਹਸਰਤ ਨਾਲ ਵੇਖਦੀਆਂ ਵਿਖਾਈ ਦਿੰਦੀਆਂ। ਕਦੇ ਬਾਸੰਤੀ ਦਿਨ ਤੇ ਕਦੇ ਪੀਲੇ ਪੱਤਿਆਂ ਵਾਲੇ ਪਤਝੜੀ ਦਿਨ, ਕਦੇ ਨਾ ਬੀਤਣ ਵਾਲੀਆਂ ਦੁਪਹਿਰਾਂ ਔਰ ਇੱਕ ਦੇ ਬਾਅਦ ਇੱਕ ਲਗਾਤਾਰ ਬੀਤਦੇ ਹੋਏ ਦਿਸ਼ਾਹੀਨ ਦਿਨ। ਉਹ ਸੋਚ ਰਹੀ ਸੀ, ਯਾਦਾਂ ਪਾਵਨ ਹੁੰਦੀਆਂ ਨੇ ਤਾਂ ਹੀ ਉਹ ਦਿਲੋਂ ਦਿਮਾਗ ਵਿੱਚ ਟਿੱਕੀਆਂ ਰਹਿੰਦੀਆਂ ਨੇ। ਕੀ ਕਦੇ ਉਸ ਦਾ ਮੁੜ ਕੇ ਉਸ ਸ਼ਹਿਰ, ਉਸ ਘਰ 'ਚ ਜਾਣਾ ਹੋਵੇਗਾ? 6 ਘੰਟਿਆਂ ਦੀ ਫਲਾਈਟ, ਪੂਰਾ ਪਰਿਵਾਰ ਨਿਊਯਾਰਕ JF ਕੈਨੇਡੀ ਏਅਰਪੋਰਟ ਅੱਪੜ ਕੇ ਕਸਟਮ ਇਮੀਗ੍ਰੇਸ਼ਨ ਦੇ ਥਰੂ ਹੋ ਕੇ ਲੱਗੇਜ ਕਲੇਮ ਲਾਊਂਜ ਬੈਲਟ ਮੂਰੇ ਖੜਾ ਹੋ ਕੇ ਆਪਣਾ ਸਮਾਨ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਕੁੜੀਆਂ ਹੱਸ ਗੁੜਕ ਰਹੀਆਂ ਸਨ। ਸ਼ੈਫੀ 에ਅਰ ਇੰਡੀਆ ਕਾਊਂਟਰ ਵੱਲ ਰਵਾਂ ਦਵਾਂ ਸੀ। ਅਖੀਰ ਮਾਲਾ ਨੂੰ ਪਾਸਪੋਰਟ ਤੇ ਟਿਕਟ ਫੜਾਉਂਦੇ ਉਸ ਕਹਿ ਰਿਹਾ ਸੀ, ਲਓ ਮਮ, ਤੁਹਾਡਾ ਸਮਾਨ ਚੈੱਕ ਇਨ ਕਰਵਾ ਦਿੱਤਾ ਹੈ। ਡੈਡ, ਮਮ ਕੁਝ ਦਿਨਾਂ ਲਈ ਇੰਡੀਆ ਜਾ ਰਹੇ ਨੇ, ਨਾਨੂ ਬਿਮਾਰ ਹੈ। ਯਾਰ, ਤੇਰਾ ਦਾਦੂ ਵੀ ਬਿਮਾਰ ਹੈ, ਮੇਰੀ ਟਿਕਟ ਵੀ ਕਟਵਾ ਦਿੰਦਾ। ਡੈਡ, ਤੁਸੀਂ ਇੰਡੀਆ ਤਾਂ ਜਾ ਸਕਦੇ ਹੋ ਪਰ ਵਾਪਸ ਨਹੀਂ ਆ ਸਕਦੇ ਤੇ ਮਾਂ ਸਾਡੀ ਅਮਰੀਕਨ ਸਿਟੀਜ਼ਨ ਹੈ, ਜਿਸ ਵੇਲੇ ਮਰਜ਼ੀ USA ਆਏ ਜਾਏ। ਮਾਤਾ ਸ਼੍ਰੀ, ਪਿਤਾ ਸ਼੍ਰੀ, ਇਕੱਲਿਆਂ ਰਹਿ ਕੇ ਗੁਜ਼ਰ ਨਹੀਂ ਹੋਣੀ। ਗੰਢ ਤਰੁੱਪ ਕਰ ਲਓ। ਕੱਲ੍ਹ ਨੂੰ ਮੇਰਾ ਵਿਆਹ ਹੋਊ ਤਾਂ ਤੁਹਾਡਾ ਜਵਾਈ ਭਾਈ ਭੰਬਲ ਪੂਸੇ 'ਚ ਪਿਆ ਰਹੂ ਕਿ ਸਾਸੂ ਵੱਲ ਜਾਏ ਜਾਂ ਸਹੁਰੇ ਵੱਲ। ਸ਼ੀਨਾ ਨੂੰ ਮਾਂ ਪਿਓ ਦੀ ਲਾਪਾ ਕਰਦਿਆਂ ਵੇਖ ਮਾਲਾ, ਜੋ ਹੁਣ ਤੱਕ ਚੁੱਪਚਾਪ ਖੜੀ ਸੀ, ਬੋਲੀ, ਬੇਟੇ, ਵਿਆਹ ਗੁੱਡੇ ਗੁੱਡੀ ਦੀ ਖੇਡ ਨਹੀਂ। ਜਦ ਜੀ ਚਾਹਿਆ ਜੁੜ ਗਏ, ਜਦ ਜੀ ਚਾਹਿਆ ਜੁਦਾ ਹੋ ਗਏ। ਮੈਂ ਕੋਈ ਐਨੀ ਵੀ ਫਾਲਤੂ ਨਹੀਂ। ਮਾਲਾ ਦੀ ਆਵਾਜ਼ 'ਚ ਦਰਦ, ਗਿਲਾ ਤੇ ਤੜਪ ਸੀ। ਜਾਵੇਦ ਢਿੱਲਾ ਪਿਆ ਮਾਲਾ ਦੀ ਗੱਲ ਸੁਣ ਕੇ ਤਿਲ ਮਿਲਾ ਕੇ ਰਹਿ ਗਿਆ। ਚਿਹਰੇ 'ਤੇ ਮਸਨੂਈ ਮੁਸਕਰਾਹਟ ਲਿਆਂਦਿਆਂ ਉਸ ਇਤਨਾ ਹੀ ਕਿਹਾ, ਬੱਚਿਓ, ਕਾਨੂੰਨੀ ਤੌਰ 'ਤੇ ਨਾ ਕੋਈ ਸ਼ੌਹਰ ਹੁੰਦਾ ਤੇ ਨਾ ਬੀਵੀ। ਅਸੀਂ ਖਾਮਖਾਹ ਇਹਨਾਂ ਰਿਸ਼ਤਿਆਂ ਨੂੰ ਕਾਨੂੰਨੀ ਮੋਹਰਾਂ ਲਾਉਂਦੇ ਰਹਿੰਦੇ ਹਾਂ। ਇਹਨਾਂ ਮੋਹਰਾਂ ਨਾਲ ਰਾਸ਼ਨ ਕਾਰਡ ਜਾਂ ਗ੍ਰੀਨ ਕਾਰਡ ਤਾਂ ਬਣ ਜਾਂਦੇ ਨੇ, ਪਰ ਰਿਸ਼ਤੇ ਨਹੀਂ। ਬੇਟੇ, ਬੈਕ ਹੋਮ ਜ਼ਿੰਦਗੀ ਰਾਸ਼ਨ ਕਾਰਡ ਸੀ, ਇੱਥੇ ਜ਼ਿੰਦਗੀ ਗ੍ਰੀਨ ਕਾਰਡ ਹੈ, ਜਿਸ ਨੂੰ ਹਾਸਲ ਕਰਨ ਲਈ ਕਦੇ ਜਿਉਣਾ ਪੈਂਦਾ ਹੈ, ਕਦੇ ਮਰਨਾ ਪੈਂਦਾ ਹੈ। ਡੈਡ, ਜ਼ਿੰਦਗੀ ਜ਼ਖਮੀ ਚਿੱਤਰੇ ਦੀ ਤਰ੍ਹਾਂ ਜਸਤ ਲਗਾਉਂਦੀ ਦੌੜ ਰਹੀ ਹੈ ਔਰ ਜਗ੍ਹਾ ਜਗ੍ਹਾ ਆਪਣੇ ਪੰਜਿਆਂ ਦੇ ਨਿਸ਼ਾਨ ਛੱਡੀ ਜਾ ਰਹੀ ਹੈ। ਲੁੱਕ ਫॉर ਪੋਸੀਬਿਲਿਟੀ, ਸੰਭਾਵਨਾ, ਸੰਭਾਵਨਾ ਤੇ ਸੰਭਾਵਨਾ ਪ੍ਰਤੀ ਆਸਥਾ, ਕਿਉਂਕਿ ਹਰ ਆਦਮੀ ਅੰਦਰ ਸੰਭਾਵਨਾ ਦੀ ਇੱਕ ਅਗਿਆਤ ਅਖੰਡ ਜੋਤੀ ਜਲ ਰਹੀ ਹੈ। ਸੰਭਾਵਨਾ ਹੀ ਸਭ ਤੋਂ ਵੱਡਾ ਜੀਵਨ ਪ੍ਰਯੋਗ ਹੈ ਔਰ ਇਸ ਦਾ ਅਵਿਸ਼ਕਾਰ, ਇਸ ਦੀ ਤਲਾਸ਼ ਖੁਦ ਮਨੁੱਖ ਨੇ ਜੀਵਨ ਨੂੰ ਨਿਰੰਤਰਤਾ ਦੇਣ ਲਈ ਕੀਤੀ ਹੈ। ਜਾਵੇਦ ਤੇ ਮਾਲਾ ਨੇ ਹਾਂ ਤੇ ਨਾ ਦੇ ਵਿਚਕਾਰ ਲਟਕਦਿਆਂ ਇੱਕ ਦੂਜੇ ਵੱਲ ਗੌਰ ਨਾਲ ਤੱਕਿਆ। ਮਾਲਾ ਕੁਝ ਕਹਿਣ ਹੀ ਵਾਲੀ ਸੀ ਕਿ ਉਸ ਦੀ ਫਲਾਈਟ ਅਨਾਉਂਸ ਹੋ ਗਈ। ਉਸ ਤਿੰਨਾਂ ਬੱਚਿਆਂ ਨੂੰ ਬਾਹਾਂ 'ਚ ਵੱਲਿਆ, ਪਿਆਰ ਨਾਲ ਚੁੰਮਿਆ ਚੱਟਿਆ, ਆਪਣਾ ਹਥਲਾ ਸਮਾਨ ਚੁੱਕਿਆ ਤੇ ਛਲਕਦੀਆਂ ਅੱਖਾਂ ਨਾਲ ਬੋਰਡਿੰਗ ਗੇਟ ਵੱਲ ਰੁਖ ਕੀਤਾ। ਜਾਵੇਦ ਹੱਥ ਚੁੱਕ ਕੇ ਉਸ ਨੂੰ ਬਾਏ ਬਾਏ ਕਰ ਹੀ ਰਿਹਾ ਸੀ ਕਿ ਉਹ ਮੁਸਾਫਰਾਂ ਦੀ ਭੀੜ 'ਚ ਗੁਆਚ ਗਈ। ਉਸਨੇ ਤੱਕਿਆ, ਕੱਚ ਦੀ ਕੰਧ ਪਰੇ
ਇੱਕ ਪਲੇਨ ਉਭਰਿਆ, ਫਿਰ ਇੱਕ ਹੋਰ ਤੇ ਫਿਰ ਇੱਕ ਹੋਰ। ਥੈਂਕ ਯੂ।